ਦੋਸਤੋ ਜੇ ਤੁਹਾਨੂੰ ਜਾਂ ਤੁਹਾਡੀ ਫੈਮਿਲੀ ਦੇ ਵਿੱਚੋਂ ਕਿਸੇ ਬੰਦੇ ਨੂੰ ਸ਼ੂਗਰ ਹੈ ਜਾਂ ਸ਼ੂਗਰ ਹੋਣ ਦਾ ਡਰ ਹੈ ਤੇ ਇਸ ਵੀਡੀਓ ਨੂੰ ਅਖੀਰ ਤੱਕ ਵੇਖੋ। ਇਸ ਵੀਡੀਓ 'ਚ ਮੈਂ ਤੁਹਾਨੂੰ ਇੱਕ ਨੁਸਖਾ ਛੋਟਾ ਜਿਹਾ ਦੱਸਣ ਲੱਗਾ ਕਿ ਜਿਹਨੂੰ ਤੁਸੀਂ ਰੋਜ਼ਾਨਾ ਖਾਣੇ ਤੋਂ ਪਹਿਲਾਂ ਸਿਰਫ ਅੱਧਾ ਚਮਚ ਇਸਤੇਮਾਲ ਕਰਕੇ ਤੇ ਆਪਣੀ ਜਿਹੜੇ ਉਹ ਡਾਇਬੀਟੀਜ਼ ਨੂੰ, ਸ਼ੂਗਰ ਦੀ ਬਿਮਾਰੀ ਨੂੰ ਤੁਸੀਂ ਕੰਟਰੋਲ ਕਰ ਲਓਗੇ। बिस्मिल्लाहिर्रहमानिर्रहीम अस्सलाम वालेकुम। मेरा नाम जी नवीद चौधरी स्वीडन तो ते ਇਹ ਵੀਲੌਗ मैं पंजाबी च कर रहा क्योंकि पाकिस्तान ਦੇ ਵਿੱਚ ਪੰਜਾਬ ਸਾਰਿਆਂ ਤੋਂ ਵੱਡਾ ਸੂਬਾ ਹੈ ਤੇ ਪੰਜਾਬੀ ਲੋਕ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਨੇ ਤੇ ਇਸ ਵਜ੍ਹਾ ਤੋਂ ਪੰਜਾਬ ਦੇ ਲੋਕਾਂ ਨੂੰ ਡਾਇਬੀਟੀਜ਼ ਵੀ ਬਹੁਤ ਜ਼ਿਆਦਾ ਹੈ, ਯਾਨੀ ਕਿ ਸ਼ੂਗਰ ਦੀ ਬਿਮਾਰੀ ਜਿਹੜੀ ਹੈ ਉਹ ਹੱਦ ਤੋਂ ਜ਼ਿਆਦਾ ਵਧਿਆ ਹੋਇਆ। ਪਾਕਿਸਤਾਨ ਇਸ ਟਾਈਮ ਸ਼ੂਗਰ ਦੀ ਬਿਮਾਰੀ 'ਚ ਨੰਬਰ 1 ਤੇ ਆ ਗਿਆ ਤੇ ਮੈਂ ਮੁਨਾਸਿਬ ਸਮਝਿਆ ਕਿ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਨੁਸਖਾ ਦੱਸਾਂ ਕਿ ਜਿਹਦੇ ਨਾਲ ਤੁਸੀਂ ਸ਼ੂਗਰ ਤੋਂ, ਨਾ ਸਿਰਫ ਸ਼ੂਗਰ ਦੀ ਬਿਮਾਰੀ ਖੁਦਾ ਨਾ ਖਾਸਾ ਜਿਨ੍ਹਾਂ ਨੂੰ ਹੋ ਚੁੱਕੀ ਹੈ ਉਹ ਵੀ ਬਚ ਸਕਦੇ ਨੇ, ਬਲਕਿ ਉਹ ਲੋਕ ਜਿਨ੍ਹਾਂ ਦੇ ਖਾਨਦਾਨ ਦੇ ਵਿੱਚ ਪਹਿਲਾਂ ਸ਼ੂਗਰ ਹੈ ਤੇ ਉਹ ਚਾਹੁੰਦੇ ਨੇ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਨਾ ਲੱਗੇ, ਉਹ ਵੀ ਅਗਰ ਇਹਨਾਂ ਚੰਦ ਅਸੂਲ ਜਿਹੜੇ ਦੱਸਾਂਗਾ ਤੇ ਇਹ ਇੱਕ ਨੁਸਖਾ ਦੱਸਾਂਗਾ ਉਹਦੇ ਤੇ ਅਮਲ ਕਰਕੇ ਬਚ ਸਕਦੇ ਨੇ। ਬਲਕਿ ਜਿਨ੍ਹਾਂ ਨੂੰ ਘਰ ਦੇ ਵਿੱਚ ਸ਼ੂਗਰ ਹੋਈ ਹੈ ਉਹ ਵੀ ਜਿਹੜਾ ਆਪਣੀ ਸ਼ੂਗਰ ਨੂੰ ਮੇਨਟੇਨ ਕਰ ਸਕਦੇ ਨੇ, ਬਿਹਤਰ ਰੱਖ ਸਕਦੇ ਨੇ, ਉਹਨੂੰ ਠੀਕ ਰੱਖ ਸਕਦੇ ਨੇ। ਸ਼ੂਗਰ ਹੈ ਕੀ ਹੈ? ਪੰਜਾਬੀ ਜ਼ਬਾਨ ਦੇ ਵਿੱਚ ਮੈਂ ਤੁਹਾਨੂੰ ਛੋਟਾ ਜਿਹਾ ਪਹਿਲਾਂ ਇਹਦਾ ਤਾਰਫ ਕਰਵਾ ਦਿਆਂ। ਸ਼ੂਗਰ ਤੋਂ ਬਗੈਰ ਬੰਦਾ ਜ਼ਿੰਦਾ ਨਹੀਂ ਰਹਿ ਸਕਦਾ, ਲੇਕਿਨ ਇਹ ਸ਼ੂਗਰ ਬਿਮਾਰੀ ਕਿਵੇਂ ਬਣਦੀ ਹੈ? ਸ਼ੂਗਰ ਇਹ ਵੇ ਕਿ ਕੋਈ ਵੀ ਅਸੀਂ ਜਿਹੜੀ ਸ਼ੈ ਖਾਂਦੇ ਆ, ਸਾਡੇ ਉਹ ਖਾਣ ਵਾਲੀਆਂ ਸ਼ੈਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਗਲੂਕੋਜ਼ ਯਾਨੀ ਕਿ ਉਹਨੂੰ ਖੰਡ 'ਚ ਕਨਵਰਟ ਕਰਕੇ, ਉਹਨੂੰ ਚੀਨੀ 'ਚ ਕਨਵਰਟ ਕਰਕੇ, ਜਿਹਨੂੰ ਸ਼ੂਗਰ ਕਹਿੰਦੇ ਆ, ਉਹ ਕਨਵਰਟ ਕਰਕੇ ਤੇ ਉਹ ਖਾਣਾ ਜਿਹੜਾ ਉਹ ਸਾਡੇ ਖੂਨ 'ਚ ਸ਼ਾਮਲ ਹੁੰਦਾ ਹੈ, ਸਾਡਾ ਜਿਹੜਾ ਜਿਗਰ ਹੈ ਉਹਦੇ ਜ਼ਰੀਏ। ਉਦੋਂ ਬਾਅਦ ਇੱਕ ਹੋਰ ਸਾਡਾ ਜਿਸਮ ਇੱਕ ਚੀਜ਼ ਬਣਾਉਂਦਾ ਹੈ, ਉਹਨੂੰ ਇਨਸੂਲਿਨ ਕਹਿੰਦੇ ਨੇ। ਉਹ ਇਨਸੂਲਿਨ ਇਸ ਸ਼ੂਗਰ ਨੂੰ ਫਿਰ ਸਾਡੇ ਜਿਹੜੇ ਮਸਲ ਹੁੰਦੇ ਨੇ ਜਾਂ ਸਾਡਾ ਜਿਹੜਾ ਜਿਸਮ ਹੁੰਦਾ ਹੈ ਜਿਹਨੂੰ ਅਸੀਂ ਇਸਤੇਮਾਲ ਕਰਨੇ ਆ, ਉਹ ਫਿਰ ਉਹਨਾਂ ਹਿੱਸਿਆਂ 'ਚ ਜਿੱਥੇ ਜਿੱਥੇ એનર્ਜੀ ਚਾਹੀਦੀ ਹੁੰਦੀ ਹੈ ਉਹ ਉੱਥੇ ਉਹ ਇਨਸੂਲਿਨ ਦੇ ਜ਼ਰੀਏ, ਸ਼ੂਗਰ ਆਪ ਜਿਸਮ ਦੇ ਵਿੱਚ ਦਾਖਲ ਨਹੀਂ ਹੋ ਸਕਦੀ। ਸ਼ੂਗਰ ਸਿਰਫ ਜਿਹੜਾ ਉਹ ਖੂਨ 'ਚ ਹੀ ਰਹਿੰਦੀ ਹੈ। ਇਸ ਵਜ੍ਹਾ ਤੋਂ ਉਹ ਜਿਹੜੀ ਇਨਸੂਲਿਨ ਹੈ ਉਹ ਇਹਦੇ ਨਾਲ ਅਟੈਚ ਹੋ ਕੇ ਉਹਨੂੰ ਚੁੱਕ ਕੇ ਤੇ ਤੁਹਾਡੇ ਜਿਸਮ ਦੇ ਉਹਨਾਂ ਹਿੱਸਿਆਂ 'ਚ ਪਹੁੰਚਾ ਦਿੰਦੀ ਹੈ। ਤੁਹਾਡੀਆਂ ਲੱਤਾਂ 'ਚ, ਬਾਹਾਂ 'ਚ, ਜਿਹੜੀ ਚੀਜ਼ ਨੂੰ ਤੁਸੀਂ ਇਸਤੇਮਾਲ ਕਰਦੇ ਹੋ, ਜਿੱਥੇ ਜਿੱਥੇ ਤੁਹਾਨੂੰ એનર્ਜੀ ਚਾਹੀਦੀ ਹੁੰਦੀ ਹੈ ਉਹ ਉੱਥੇ ਪਹੁੰਚਾ ਦਿੰਦੀ ਹੈ। ਤੇ ਇਸ ਤਰੀਕੇ ਨਾਲ ਸਾਡਾ ਜਿਸਮ ਜਿਹੜਾ ਹੈ ਉਹ ਚੱਲਦਾ ਟੁਰਦਾ ਫਿਰਦਾ ਹੈ। ਯਾਨੀ ਕਿ ਸ਼ੂਗਰ ਤੋਂ ਬਗੈਰ ਇਨਸਾਨ ਚੱਲ ਨਹੀਂ ਸਕਦਾ, ਗਲੂਕੋਜ਼ ਤੋਂ ਬਗੈਰ ਇਨਸਾਨ ਚੱਲ ਨਹੀਂ ਸਕਦਾ। ਲੇਕਿਨ ਫਿਰ ਇਹ ਬਿਮਾਰੀ ਕਿਵੇਂ ਬਣਦਾ? ਹੁੰਦਾ ਇਹ ਵੇ ਕਿ ਜਦੋਂ ਅਸੀਂ ਖਾਣੇ ਦੀ ਬੇਟੈਮੀ ਕਰਨੇ ਆ ਜਾਂ ਖਾਣੇ ਨੂੰ ਬੁਰੇ ਤਰੀਕੇ ਨਾਲ ਖਾਣੇ ਆ ਜਾਂ ਖਾਣੇ 'ਚ ਅਸੀਂ ਐਸੀਆਂ ਸ਼ੈਵਾਂ ਦਾ ਬੇਤਹਾਸ਼ਾ ਤੇ ਅੰਨ੍ਹੇਵਾਹ ਇਸਤੇਮਾਲ ਕਰਨੇ ਆ ਕਿ ਜਿਹੜੀਆਂ ਸ਼ੈਵਾਂ ਨਾਲ ਸ਼ੂਗਰ ਬਹੁਤ ਜ਼ਿਆਦਾ ਬਣਦੀ, ਯਾਨੀ ਕਿ ਗਲੂਕੋਜ਼ ਜਲਦੀ ਬਣਦਾ। ਜਿਵੇਂ ਸਮਝ ਲਓ ਚੌਲ ਹੋ ਗਏ, ਉਦੋਂ ਬਾਅਦ ਰੋਟੀ ਹੋ ਗਈ, ਕੋਈ ਵੀ ਜਿਹੜੇ ਅੰਗਰੇਜ਼ੀ ਚੀਜ਼ ਜਿਨ੍ਹਾਂ ਨੂੰ ਕਾਰਬੋਹਾਈਡਰੇਟਸ ਕਹਿੰਦੇ ਨੇ, ਜਾਂ ਮਿੱਠਾ ਹੋ ਗਿਆ, ਜਾਂ ਜਿੰਨੀਆਂ ਸ਼ੈਵਾਂ ਇਧਰੋਂ ਮੈਂ ਹੁਣ ਕੀ ਆਖਾਂ, ਇਹਨੂੰ ਗੰਦ ਬਲਾਈ ਕਹੀਦਾ ਜਿਹੜਾ ਗੰਦਾ ਖਾਣਾ ਹੁੰਦਾ ਹੈ। ਲੇਕਿਨ ਯਾਨੀ ਕਿ ਜੋ ਲੱਭਿਆ ਜਦੋਂ ਲੱਭਿਆ ਬੇਟੈਮਾ ਵੀ ਖਾਤਾ, ਉਹਦੇ ਨਾਲ ਫਿਰ ਇਹ ਚੀਜ਼ ਹੁੰਦੀ ਹੈ ਕਿ ਤੁਹਾਡਾ ਜਿਹੜਾ ਜਿਸਮ ਹੈ ਉਹਨੂੰ ਬਾਰ-ਬਾਰ ਇਨਸੂਲਿਨ ਜਿਹੜੀ ਬਣਾਉਣੀ ਪੈਂਦੀ, ਬਾਰ-ਬਾਰ ਇਨਸੂਲਿਨ ਬਣਾਉਣੀ ਪੈਂਦੀ ਹੈ ਤਾਂ ਕਿ ਉਹ ਸ਼ੂਗਰ ਨੂੰ ਮਸਲਾਂ ਦੇ ਵਿੱਚ ਕਰੇ, ਤਾਂ ਕਿ ਸ਼ੂਗਰ ਜਿਹੜੀ ਹੈ ਉਹ ਖੂਨ 'ਚ ਨਾ ਰਵੇ। ਹੁਣ ਤੁਸੀਂ ਆਖੋ ਤੇ ਸ਼ੂਗਰ ਖੂਨ 'ਚ ਕਿਉਂ, ਇਹਨੂੰ ਮਸਲਾਂ 'ਚ ਕਿਉਂ ਵਾੜਨਾ ਜ਼ਰੂਰੀ ਹੈ ਖੂਨ 'ਚ? ਜੇ ਸ਼ੂਗਰ ਤੁਹਾਡੇ ਖੂਨ 'ਚ ਰਵੇ ਤੇ ਤੁਹਾਡੇ ਗੁਰਦਿਆਂ ਨੂੰ, ਤੁਹਾਡੀਆਂ ਅੱਖਾਂ ਨੂੰ, ਇਹ ਤੁਹਾਡੇ ਨਿਜ਼ਾਮ ਨੂੰ ਮੁਕੰਮਲ ਤਬਾਹ ਕਰ ਦੇਗੀ, ਕਿਉਂਕਿ ਹੱਦ ਤੋਂ ਜ਼ਿਆਦਾ ਸ਼ੂਗਰ ਜਿਹੜੀ ਹੈ ਉਹ ਤੁਹਾਡੇ ਸਿਸਟਮ ਨੂੰ ਖਰਾਬ ਕਰ ਦੇਗੀ। ਇਸ ਵਜ੍ਹਾ ਤੋਂ ਜਦੋਂ ਅਸੀਂ ਬਾਰ-ਬਾਰ ਖਾਣਾ ਖਾਂਦੇ ਆ ਜਾਂ ਬਾਰ-ਬਾਰ ਗਲਤ ਚੀਜ਼ ਖਾਂਦੇ ਆ ਤੇ ਫਿਰ ਜਿਸਮ ਬਾਰ-ਬਾਰ ਇਨਸੂਲਿਨ ਬਣਾਉਂਦਾ। ਲੇਕਿਨ ਫਿਰ ਇੰਜ ਹੁੰਦਾ ਹੈ ਕਿ ਥੋੜੇ ਜਿਹੇ ਟਾਈਮ ਤੋਂ ਬਾਅਦ, ਯਾਨੀ ਕਿ ਥੋੜੇ ਟਾਈਮ ਤੋਂ ਮੁਰਾਦ ਇਹ ਨਹੀਂ ਕਿ 1 ਮਹੀਨੇ ਬਾਅਦ, ਕੁਝ ਸਾਲਾਂ ਬਾਅਦ ਜਿਸਮ ਕਹਿੰਦਾ ਕਿ ਭਾਈ ਮੈਂ ਥੱਕ ਗਿਆ, ਮੇਰੇ ਕੋਲੋਂ ਹੁਣ ਬਾਰ-ਬਾਰ ਇੰਨੀ ਇਨਸੂਲਿਨ ਨਹੀਂ ਬਣਾਈ ਜਾਂਦੀ, ਤੇ ਉਹ ਫਿਰ ਇਨਸੂਲਿਨ ਨੂੰ ਜਾਂ ਤੇ ਬਣਾਉਣਾ ਘੱਟ ਕਰ ਦਿੰਦਾ ਤੇ ਜਾਂ ਬੰਦ ਕਰ ਦਿੰਦਾ। ਉਦੋਂ ਫਿਰ ਤੁਹਾਨੂੰ ਜਿਹੜੀ ਸ਼ੂਗਰ ਦੀ ਦੂਸਰੀ ਕਿਸਮ ਦੀ ਸ਼ੂਗਰ ਜਿਹਨੂੰ ਡਾਇਬੀਟੀਜ਼ ਟਾਈਪ 2 ਕਹਿੰਦੇ ਨੇ, ਉਹ ਤੁਹਾਨੂੰ ਹੋ ਜਾਂਦੀ ਹੈ, ਜਿਹਦੇ ਵਿੱਚ ਤੁਹਾਨੂੰ ਫਿਰ ਇਨਸੂਲਿਨ ਵੀ ਲਾਣੀ ਪੈਂਦੀ ਹੈ। ਇਹ ਵੇ ਸ਼ੂਗਰ ਦਾ ਸਾਰਾ। ਤੇ ਸ਼ੂਗਰ ਜਿਹੜੀ ਇਹਨੂੰ ਕੰਟਰੋਲ ਕਿਵੇਂ ਰੱਖਣਾ ਹੈ, ਇਹਦਾ ਤਰੀਕਾਕਾਰ ਸਭ ਤੋਂ ਪਹਿਲਾਂ ਤੇ ਮੈਂ ਹਰ ਬੰਦੇ ਨੂੰ ਇਹ ਕਹਿਣਾ ਕਿ ਆਪਣਾ ਲਾਈਫ ਸਟਾਈਲ ਇੰਜ ਦਾ ਰੱਖੋ, ਤਾਂ ਅਸੀਂ ਐਕਟਿਵ ਹੋਵੋ, ਕੋਈ ਆਪਣੀ ਟ੍ਰੇਨਿੰਗ ਸ਼ਰਨਿੰਗ ਕਰਿਆ ਕਰੋ, ਭੱਜੋ ਨੱਸਿਆ ਕਰੋ, ਚੜਦੇ ਫਿਰਦੇ ਰਵਿਆ ਕਰੋ, ਟੁਰਦੇ ਫਿਰਦੇ ਰਵਿਆ ਕਰੋ, ਕੋਈ ਪੌੜੀਆਂ ਚੜਦੇ, ਕੋਈ ਕੰਮ ਕਰਦੇ।
ਲੇਕਿਨ ਕਿਉਂਕਿ ਅੱਜ ਕੱਲ ਲਾਈਫਸਟਾਈਲ ਇੰਜ ਦਾ ਹੋ ਗਿਆ, ਲੋਕੀ ਬੈਠੇ ਰਹਿੰਦੇ ਨੇ, ਕੰਪਿਊਟਰ ਤੇ ਕੰਮ ਕਰਦੇ ਨੇ, ਦਫ਼ਤਰਾਂ 'ਚ ਕੰਮ ਕਰਦੇ ਨੇ, ਤੇ ਉਹਨਾਂ ਲੋਕਾਂ ਵਾਸਤੇ ਥੋੜਾ ਮੁਸ਼ਕਲ ਹੋ ਜਾਂਦਾ। ਹਾਲਾਂਕਿ ਤੁਸੀਂ ਅਗਰ ਮੇਰੀਆਂ ਵੀਡੀਓ ਵੇਖੋ ਤੇ ਮੈਂ ਵਿੱਚ ਦੱਸਿਆ ਹੈ ਕਿ ਤੁਸੀਂ 15 ਮਿੰਟ ਦਾ ਵਕਫਾ ਲੈ ਕੇ ਭਾਵੇਂ ਦਫ਼ਤਰ 'ਚ ਹੋ, ਭਾਵੇਂ ਜਿੱਥੇ ਮਰਜ਼ੀ ਹੋ, ਤੁਸੀਂ 15 ਮਿੰਟਾਂ 'ਚ ਇੰਜ ਦੀ ਟ੍ਰੇਨਿੰਗ ਕਰ ਸਕਦੇ ਹੋ ਕਿ ਤੁਸੀਂ ਫਿਟ ਰਹਿ ਸਕਦੇ ਹੋ। ਉਹ ਵੀ ਅਗਰ ਤੁਸੀਂ ਵੀਡੀਓ ਵੇਖਣੀਆਂ ਨੇ ਤੇ ਮੇਰੀਆਂ ਵੀਡੀਓ ਅਵੇਲੇਬਲ ਨੇ। ਤੁਸੀਂ ਮੇਰੇ ਚੈਨਲ ਨਵੀਦ ਚੌਧਰੀ ਸਵੀਡਨ ਅਗਰ ਸਰਚ ਕਰੋਗੇ ਤੇ ਤੁਹਾਨੂੰ ਬੜੀਆਂ ਫਾਇਦਿਆਂ ਵਾਲੀਆਂ ਵੀਡੀਓ ਮਿਲ ਜਾਣਗੀਆਂ। ਵਾਪਸ ਆਉਂਦੇ ਆ ਸ਼ੂਗਰ ਤੇ। ਉਹ ਹੁਣ ਇਹਨੂੰ ਤੁਸੀਂ ਕੰਟਰੋਲ ਕੀ ਕਰ ਸਕਦੇ ਹੋ। ਤੁਹਾਨੂੰ ਮੈਂ ਚੰਦ ਤਜਾਵੀਜ਼ ਦੱਸਣਾ ਤੇ ਉਦੋਂ ਬਾਅਦ ਤੁਹਾਨੂੰ ਨੁਸਖਾ ਦੱਸਣਾ ਜਿਹੜਾ ਅੱਧਾ ਚਮਚਾ ਤੁਸੀਂ ਇਸਤੇਮਾਲ ਕਰਨਾ ਹੈ। ਸਭ ਤੋਂ ਪਹਿਲੀ ਤਜਵੀਜ਼ ਇਹ ਵੇ ਕਿ ਕੋਈ ਵੀ ਖਾਣਾ ਖਾਣ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਜੇ ਤੁਹਾਡੇ ਕੋਲ ਸਲਾਦ, ਹੁਣ ਸਲਾਦ ਇਹ ਨਹੀਂ ਆ ਮਹਿੰਗੇ ਤੇ ਫੈਂਸੀ ਸਲਾਦ ਮੈਂ ਨਹੀਂ ਕਹਿੰਦਾ ਤੁਸੀਂ ਖਾਓ। ਜਿਹੜਾ ਮੌਸਮ ਦਾ ਸਲਾਦ, ਸਸਤਾ ਤਰੀਨ ਸਲਾਦ, ਹਰਿਆ ਪੱਤਿਆਂ ਵਾਲਾ, ਕੋਈ ਖੀਰਾ ਲੱਭ ਜੇ, ਕੋਈ ਟਮਾਟਰ ਲੱਭ ਜੇ, ਮੂਲੀ, ਗਾਜਰ, ਜਿਹੜੀ ਸ਼ੈ ਲੱਭ ਜੇ ਉਹਦਾ ਸਲਾਦ ਇੱਕ ਬਣਾ ਲਓ, ਇੱਕ ਪਿਆਲੀ ਸਲਾਦ ਬਣਾ ਲਓ, ਇੱਕ ਕੌਲੀ ਸਲਾਦ ਬਣਾ ਲਓ। ਖਾਣਾ ਖਾਣ ਤੋਂ ਪਹਿਲੋਂ ਜੇ ਕਿਸੇ ਵਿਆਹ ਸ਼ਾਦੀ ਤੇ ਵੀ ਇਨਵਾਈਟਡ ਹੋ ਤੇ ਅੱਲਾ ਦੇ ਬੰਦੇ ਮੁਫਤ ਦਾ ਖਾਣਾ ਸਮਝ ਕੇ ਪਹਿਲੋਂ ਖਾਣੇ ਤੇ ਨਹੀਂ ਜੁੜਨਾ, ਖੀਰ ਤੇ ਨਹੀਂ ਪੈਣਾ, ਪਹਿਲੋਂ ਇੱਕ ਪਿਆਲੀ ਸਲਾਦ ਖਾ ਲਓ। ਇਹ ਹੁਣ ਹਰ ਉਸ ਬੰਦੇ ਵਾਸਤੇ ਵੀ ਹੈ ਜਿਹਨੂੰ ਸ਼ੂਗਰ ਹੈ ਵੇ, ਉਹਦੀ ਕੰਟਰੋਲ ਕਰਨ ਦਾ ਤਰੀਕਾ, ਤੇ ਜਿਹੜੇ ਸ਼ੂਗਰ ਤੋਂ ਬਚਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਇਹੀ ਤਰੀਕਾ ਹੈ। ਇਹਦੇ 'ਚ ਕੋਈ ਸਾਇੰਸ ਨਹੀਂ। ਉਹ ਜਦੋਂ ਤੁਸੀਂ ਸਲਾਦ ਖਾ ਲੈਂਦੇ ਹੋ ਨਾ, ਉਹ ਸਲਾਦ ਜਦੋਂ ਪਹਿਲੋਂ ਜਾਂਦਾ ਹੈ, ਉਹ ਜਿਹੜੀ ਖੰਡ ਜਲਦੀ ਬੰਨੀ ਹੁੰਦੀ ਹੈ, ਉਹ ਆਰਾਮ ਨਾਲ ਉਹ ਪ੍ਰੋਸੈਸ ਨੂੰ ਸਲੋ ਕਰ ਦਿੰਦਾ। ਕਿਉਂਕਿ ਉਹ ਜਦੋਂ ਅਸੀਂ ਸਲਾਦ ਖਾਂਦੇ ਹਾਂ, ਉਹ ਸਲਾਦ ਜਿਹੜਾ ਹੁੰਦਾ ਹੈ, ਪੱਤੇ ਛੱਤੇ ਜਿਹੜੇ ਹੁੰਦੇ ਨੇ, ਉਹ ਜਿਹੜਾ ਜਿਸਮ ਦੇ ਵਿੱਚ ਇੱਕ ਸਾਡੇ ਮਾਦਾ ਅੱਲਾਹ ਪਾਕ ਨੇ ਪੈਦਾ ਕੀਤਾ ਹੈ, ਉਹ ਤੇ ਨਾਲ ਰਲ ਕੇ ਇੱਕ ਜਲਹਰ ਬਣ ਜਾਂਦੇ ਨੇ। ਉਹ ਫਿਰ ਉਸ ਪ੍ਰੋਸੈਸ ਨੂੰ ਜਿਹੜਾ ਥੋੜਾ ਜਿਹਾ ਯਾਨੀ ਕਿ ਸ਼ੂਗਰ ਬਣਾਉਣ ਦੇ ਅਮਲ ਨੂੰ ਥੋੜਾ ਮੱਠਾ ਕਰ ਦਿੰਦੇ ਨੇ। ਇਹ ਤੇ ਹੋ ਗਈ ਪਹਿਲੀ ਗੱਲ। ਦੂਜੀ ਗੱਲ, ਖਾਣਾ ਜਦੋਂ ਵੀ ਖਾਣ ਲੱਗੋ ਤੇ ਕੋਸ਼ਿਸ਼ ਕਰੋ ਕਿ ਖਾਣੇ ਦੇ ਵਿੱਚ ਨੰਬਰ 1 ਤੇ ਪਹਿਲਾਂ ਸਲਾਦ ਖਾ ਲਿਆ, ਦੂਜੇ ਨੰਬਰ ਤੇ ਪ੍ਰੋਟੀਨ ਵਾਲੀਆਂ ਚੀਜ਼ਾਂ ਜਿਹੜੀਆਂ ਅਵੇਲੇਬਲ ਨੇ ਉਹ ਖਾਓ। ਮਸਲਨ ਜੇ ਰੋਟੀ ਹੈ ਤੇ ਨਾਲ ਮੁਰਗੀ ਹੈ ਤੇ ਪਹਿਲੋਂ ਮੁਰਗੀ ਕੋਸ਼ਿਸ਼ ਕਰੋ ਕਿ ਥੋੜੀ ਜਿਹੀ ਖਾ ਲਓ, ਕਿਉਂਕਿ ਸਾਡਾ ਜਿਸਮ ਜਿਹੜਾ ਹੈ ਉਹ ਪ੍ਰੋਟੀਨ ਨੂੰ ਵੀ ਥੋੜਾ ਜਿਹਾ ਮੱਠਾ ਹਜ਼ਮ ਕਰਦਾ ਹੈ। ਯਾਨੀ ਕਿ ਜਿਹੜੀ ਤੇਜ਼ ਤਰੀਨ ਪ੍ਰੋਟੀਨ ਅਸੀਂ ਸ਼ੇਕ ਵੀ ਪੀਂਦੇ ਆ ਨਾ, ਉਹਨੂੰ ਵੀ 1.5 ਘੰਟਾ ਲੱਗ ਜਾਂਦਾ ਹਜ਼ਮ ਹੋਣ ਤੇ ਜਦੋਂ ਤੁਸੀਂ ਮੁਰਗੀ ਜਾਂ ਗੋਸ਼ਤ ਜਾਂ ਆਂਡਾ, ਹੁਣ ਪ੍ਰੋਟੀਨ ਵਾਲੀਆਂ ਸ਼ੈਵਾਂ ਸਾਰੀਆਂ ਨੇ, ਜਿਵੇਂ ਚਨੇ ਹੋ ਗਏ, ਉਦੋਂ ਬਾਅਦ ਜਨਾਬ ਦਾਲਾਂ ਹੋ ਗਈਆਂ, ਉਦੋਂ ਬਾਅਦ ਜਿਹੜਾ ਕਿਸੇ ਵੀ ਕਿਸਮ ਦਾ ਗੋਸ਼ਤ ਹੋ ਗਿਆ ਜਾਂ ਆਂਡੇ ਹੋ ਗਏ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਹਾਈ ਪ੍ਰੋਟੀਨ ਵਾਲੀਆਂ ਨੇ। ਤੇ ਕੋਸ਼ਿਸ਼ ਕਰੋ ਕਿ ਚੌਲਾਂ ਤੋਂ ਪਹਿਲੋਂ ਤੇ ਰੋਟੀ ਤੋਂ ਪਹਿਲੋਂ ਪ੍ਰੋਟੀਨ ਵਾਲੀ ਸ਼ੈ ਨੂੰ ਥੋੜਾ ਪਹਿਲੋਂ ਖਾ ਲਓ। ਤੇ ਐਂਡ ਤੇ ਜਿਹੜੀਆਂ ਨਾ ਆਪਣੀਆਂ ਸਾਰੀਆਂ ਜਿਹੜੀਆਂ ਤੁਸੀਂ ਸ਼ੈਵਾਂ, ਮਸਲਨ ਚੌਲ ਨੇ, ਪਾਸਤਾ ਹੈ ਜਾਂ ਰੋਟੀ ਹੈ, ਇਹਨੂੰ ਆਖਰ ਤੇ ਰੱਖੋ ਤੇ ਕੋਸ਼ਿਸ਼ ਕਰੋ ਕਿ ਇਹਨਾਂ ਚੀਜ਼ਾਂ ਨੂੰ ਘੱਟ ਤੋਂ ਘੱਟ ਕਰੋ ਤਾਂ ਕਿ ਤੁਹਾਡੇ ਜਿਸਮ ਦੇ ਵਿੱਚ ਘੱਟ ਤੋਂ ਘੱਟ ਸ਼ੂਗਰ ਬਣਨ ਦਾ ਚਾਂਸ ਹੋਵੇ। ਠੀਕ ਹੈ ਜੀ। ਬਾਕੀ ਸ਼ੂਗਰ ਤੁਹਾਡੀ ਬਣਦੀ ਹੈ, ਮੈਂ ਤੁਹਾਨੂੰ ਦੱਸਣ ਲੱਗਾ, ਪ੍ਰੋਟੀਨ ਵੀ ਸ਼ੂਗਰ ਬਣਾਉਣ 'ਚ ਮਦਦ ਕਰਦੀ ਹੈ, ਲੇਕਿਨ ਉਹ ਬੜਾ ਸਲੋਲੀ ਉਹ ਫਿਰ ਉਨੀ ਦੇਰ ਹੀ ਤੁਹਾਡਾ ਜਿਸਮ ਜਿਹੜਾ ਉਹਨੂੰ ਐਡਜਸਟ ਕਰ ਲੈਂਦਾ, ਮੈਨੇਜ ਕਰ ਲੈਂਦਾ। ਇਹਨਾਂ ਚੀਜ਼ਾਂ ਤੋਂ ਬਾਅਦ ਇੱਕ ਹੋਰ ਤੁਹਾਨੂੰ ਗੱਲ ਦੱਸਣਾ ਕਿ ਜਿਹੜੀ ਬਹੁਤ ਹੀ ਜ਼ਰੂਰੀ ਹੈ, ਉਹਦੇ ਬਾਰੇ ਮੈਂ ਇੱਕ ਪਹਿਲੋਂ ਵੀਡੀਓ ਵੀ ਬਣਾ ਚੁੱਕਿਆ, ਤੁਸੀਂ ਇਹ ਵੀਡੀਓ ਵੀ ਵੇਖ ਸਕਦੇ ਹੋ ਮੇਰੀ। ਇੱਕ ਬੜੀ ਆਸਾਨ ਜੀ ਟ੍ਰੇਨਿੰਗ ਹੈ ਕਿ ਤੁਸੀਂ ਖਾਣਾ ਖਾਧਾ, ਉੱਥੇ ਬੈਠੇ ਜਾਂ ਖਲੋਤੇ ਹੀ ਉਹ ਤੁਸੀਂ ਜਨਾਬ ਉਹ ਇੰਝ ਲੱਗਦਾ ਜਿਵੇਂ ਪਿੰਨੀਆਂ ਦੀ ਐਕਸਰਸਾਈਜ਼ ਹੈ। ਬਹਿ ਕੇ ਤੇ ਆਪਣੀਆਂ ਜਿਹੜੀਆਂ ਤੁਹਾਡੀਆਂ ਪਿੰਨੀਆਂ ਨੇ, ਉਹ ਤੁਸੀਂ ਪੈਰ ਦਾ ਜਿਹੜਾ ਅਗਲਾ ਹਿੱਸਾ ਹੈ ਇਹਨੂੰ ਬਸ ਨਹੀਂ ਚੁੱਕਣਾ ਪੂਰਾ ਨਾ, ਇਹਨੂੰ ਅੱਗੇ ਦਬਾ ਕੇ ਤੇ ਅੱਡੀ ਜਿਹੜੀ ਹੈ ਇਹਨੂੰ ਤੁਸੀਂ ਜਦੋਂ ਚੁੱਕਦੇ ਹੋ, ਯਾਨੀ ਕਿ ਖਲੋਤੇ ਆ ਵੀ ਤੁਸੀਂ ਇਹ ਜਿਸ ਤਰੀਕੇ ਨਾਲ ਵੇਖੋ ਆਰਾਮ ਨਾਲ ਕਰਦੇ ਹੋ, ਆਰਾਮ ਨਾਲ ਥੱਲੇ ਜਾਣਾ। ਇਹ ਬੜਾ ਜ਼ਰੂਰੀ ਹੈ ਕਿ ਇੰਜ ਨਹੀਂ ਕਰਨਾ, ਆਰਾਮ ਨਾਲ ਇਹਨੂੰ ਯਾਨੀ ਕਿ ਦਬਾਅ ਪਾ ਕੇ ਤੇ ਉਤਾਰ ਜਾਣਾ ਹੈ ਤੇ ਦਬਾਅ ਪਾ ਕੇ ਥੱਲੇ ਜਾਣਾ ਹੈ। ਤੇ ਉਹ ਸਾਡੀਆਂ ਲੱਤਾਂ ਦੇ ਵਿੱਚ ਅੱਲਾਹ ਪਾਕ ਨੇ ਉਹ ਪਿੰਨੀਆਂ ਦੇ ਦਰਮਿਆਨ ਦੇ ਵਿੱਚ ਇੱਕ ਇੰਦਾ ਮਸਲ ਰੱਖਿਆ ਹੈ ਕਿ ਜਿਹਦੀ ਵਜ੍ਹਾ ਤੋਂ ਜਨਾਬ ਉਹ ਤੁਹਾਡੀ ਜਿਹੜੀ ਸ਼ੂਗਰ ਹੈ ਉਹਨੂੰ ਕੰਟਰੋਲ ਕਰਨ 'ਚ ਬੜੀ ਮਦਦ ਕਰਦਾ ਹੈ। ਤੇ ਇਹ ਜਿਹੜੀ ਇੱਕ ਐਕਸਰਸਾਈਜ਼ ਹੈ ਇਹਨੂੰ ਵੀ ਤੁਸੀਂ ਨਾਲ ਐਡ ਕਰ ਸਕਦੇ ਹੋ। ਤੇ ਹੁਣ ਜਨਾਬ ਮੈਂ ਤੁਹਾਨੂੰ ਦੱਸਣਾ ਉਹ ਜਿਹੜੀ ਇੱਕ ਰੈਸਪੀ ਹੈ ਕਿ ਕਿਹੜੀ ਸ਼ੈ ਦੀ ਅੱਧੀ ਚਮਚੀ ਤੁਸੀਂ ਪੀਣੀ ਹੈ ਤੇ ਉਹ ਤੁਹਾਨੂੰ ਜਿਹੜਾ ਸ਼ੂਗਰ ਕੰਟਰੋਲ ਕਰਨ 'ਚ ਬਹੁਤ ਮਦਦ ਦਿੰਦੀ ਹੈ, ਬਲਕਿ ਸ਼ੂਗਰ ਹੋਣ ਤੋਂ ਵੀ ਬਚਾਉਂਦੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਸੇਬ ਦਾ ਸਿਰਕਾ, ਐਪਲ ਸਾਈਡਰ ਵਿਨੀਗਰ ਜਿਹਨੂੰ ਕਹਿੰਦੇ ਨੇ, ਸੇਬ ਦਾ ਸਿਰਕਾ ਜਿਹੜਾ ਅੱਧਾ ਚਮਚ, ਉਹਨੂੰ ਤੁਸੀਂ ਹਰ ਖਾਣੇ ਤੋਂ ਪਹਿਲੋਂ ਕੋਈ ਅੱਧਾ ਘੰਟਾ ਪਹਿਲੋਂ ਜਾਂ 15-20 ਮਿੰਟ ਪਹਿਲੋਂ ਪਾਣੀ ਦੇ ਇੱਕ ਗਲਾਸ ਵਿੱਚ ਪਾ ਕੇ, ਇਹ ਹੁਣ ਗੱਲ ਬੜੇ ਧਿਆਨ ਨਾਲ ਸੁਣਨੀ ਹੈ ਕਿ ਇਹਨੂੰ ਪਾਣੀ 'ਚ ਪਾ ਕੇ ਇਸਤੇਮਾਲ ਕਰਨਾ, ਨਹੀਂ ਤੇ ਤੁਹਾਡੇ ਦੰਦਾਂ ਨੂੰ ਖਰਾਬ ਕਰ ਦੇਗਾ। ਠੀਕ ਹੈ। ਜਾਂ ਡਾਇਰੈਕਟ ਪੀਣ ਨਾਲ ਇਹ ਤੁਹਾਡੇ ਪੇਟ 'ਚ ਵੀ ਮਸਲਾ ਕਰ ਸਕਦਾ ਹੈ।
ਇਹਨੂੰ ਅੱਧਾ ਚਮਚ ਸੇਬ ਦਾ ਸਿਰਕਾ ਹਰ ਖਾਣੇ ਤੋਂ ਪਹਿਲੋਂ ਤੁਸੀਂ ਜਨਾਬ ਇਹਨੂੰ ਪਾਣੀ 'ਚ ਪਾਓ, 1 ਗਲਾਸ ਪਾਣੀ ਪੀ ਲਓ, ਕੋਈ 15-20 ਮਿੰਟ ਇੰਤਜ਼ਾਰ ਕਰੋ, ਉਦੋਂ ਬਾਅਦ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਉਸੇ ਰੂਟੀਨ ਨਾਲ ਖਾਣਾ ਖਾਓ ਤੇ ਤੁਹਾਡੀ ਬਲੱਡ ਸ਼ੂਗਰ ਜਿਹੜੀ ਹੈ, ਇਹ ਮੇਰਾ ਮਕਸਦ ਇਹ ਵੀਡੀਓ ਬਣਾਉਣ ਦਾ ਇਹ ਵੇ ਕਿ ਤੁਹਾਨੂੰ ਦਵਾਈਆਂ ਤੋਂ ਹੌਲੀ ਹੌਲੀ ਨਿਜਾਤ ਮਿਲ ਜੇ। ਐਕਚੁਅਲੀ ਤੁਹਾਨੂੰ ਜਿਵੇਂ ਮੈਂ ਦੱਸਿਆ ਸ਼ੂਗਰ ਬਿਮਾਰੀ ਦਾ ਨਾਂ ਨਹੀਂ, ਸ਼ੂਗਰ ਹੁੰਦੀ ਹੈ ਸਾਡੇ ਆਪਣੇ ਲਾਈਫ ਸਟਾਈਲ ਤੇ ਸਾਡੀਆਂ ਆਪਣੀਆਂ ਗਲਤੀਆਂ ਦੀ ਵਜ੍ਹਾ ਤੋਂ। ਠੀਕ ਹੈ ਜੀ, ਇਹ ਵਜ੍ਹਾ ਹੈ ਕਿ ਕੁਝ ਤੇ ਜੈਨੇਟਿਕ ਵੀ ਹੁੰਦੀ ਹੈ ਕਿ ਯਾਨੀ ਕਿ ਵਾਲਿदैन ਤੋਂ ਜਾਂ ਵੱਡਿਆਂ ਵਡੇਰਿਆਂ ਤੋਂ ਕੋਈ ਸ਼ੈ ਮਿਲਣਾ, ਲੇਕਿਨ ਅਕਸਰੀਅਤ ਵਿੱਚ ਪਾਕਿਸਤਾਨੀਆਂ ਨੂੰ ਜਿਹੜੀ ਸ਼ੂਗਰ ਹੋਈ ਹੈ ਉਹ ਆਪਣੀ ਲਾਈਫ ਸਟਾਈਲ ਜਿਹੜਾ ਹੈ, ਸਾਡਾ ਜਿਹੜਾ ਰਹਿਣ ਬਹਿਣ ਦਾ ਤਰੀਕਾ ਹੈ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਹੈ, ਉਹਦੀ ਖਰਾਬੀ ਦੀ ਵਜ੍ਹਾ ਤੋਂ ਹੋਈ ਹੈ। ਬਾਕੀ ਜਿਸ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਰਿਕੁਐਸਟ ਕੀਤੀ ਹੈ ਤੇ ਆਪਣੇ ਆਪ ਨੂੰ ਐਕਟਿਵ ਹੀ ਰੱਖੋ। ਵੇਖੋ ਕਿ ਅੱਲਾਹ ਪਾਕ ਨੇ ਲੱਤਾਂ ਦੇ ਵਿੱਚ ਇੱਕ ਨਿੱਕਾ ਜਿਹਾ ਮਸਲ ਜਿਹੜਾ ਹੈ, ਇਹਨੂੰ ਅਗਰ ਤੁਸੀਂ ਖਾਣੇ ਤੋਂ ਬਾਅਦ 5 ਮਿੰਟ ਸਿਰਫ ਪਿੰਨੀਆਂ ਹੀ ਹੇਠਾਂ ਉਤਾਂ ਕਰਦੇ ਹੋ ਤੇ ਉਹਦੇ ਨਾਲ ਤੁਹਾਡੀ ਬਲੱਡ ਸ਼ੂਗਰ ਮੈਨੇਜ ਹੋ ਜਾਂਦੀ ਹੈ। ਤੇ ਇਮੇਜਿਨ ਕਰੋ ਕਿ ਜੇ ਤੁਸੀਂ ਰੋਜ਼ਾਨਾ ਦਿਹਾੜੀ ਕੋਈ ਘੰਟਾ ਐਕਸਰਸਾਈਜ਼ ਕਰ ਲਓ, ਕੋਈ ਡੰਡ ਬੈਠਕਾਂ ਲਾ ਲਓ, ਕੋਈ ਥੋੜੀ ਜਿਹੀ ਦੌੜ ਲਾ ਲਓ ਜਾਂ ਵਾਕ ਹੀ ਤੇਜ਼ ਕਰ ਲਓ ਤੇ ਤੁਹਾਡੇ ਜਿਸਮ ਤੇ ਕਿੱਡਾ ਵਧੀਆ ਅਸਰ ਪੈਂਦਾ ਹੈ। ਇਹਦੇ ਤੋਂ ਇਲਾਵਾ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਤਾਂ ਵੈਸੇ ਹੀ ਤੁਸੀਂ ਅਗਰ ਰੱਸੀ ਰੁੱਸੀ ਟੱਪਣ ਦਾ ਜਾਂ ਭੱਜਣ ਨਸਲ ਦੱਸਦੇ ਤੇ ਉਹਨਾਂ ਦੇ ਕੱਦ ਛੱਦ ਵੀ ਤੇ ਉਹਨਾਂ ਦੀ ਗਰੋਥ ਵੀ ਚੰਗੀ ਹੁੰਦੀ ਹੈ। ਤੇ ਜੇ ਵੀਡੀਓ ਪਸੰਦ ਆਈ ਹੈ ਤੇ ਇਹਨੂੰ ਦੂਜਿਆਂ ਨਾਲ ਸ਼ੇਅਰ ਕਰ ਲਵੋ। ਵਜ੍ਹਾ ਸਿਰਫ ਇੰਨੀ ਹੈ, ਮੈਨੂੰ ਤੁਹਾਡੇ ਤੋਂ ਕੋਈ ਲਾਲਚ ਨਹੀਂ, ਸਿਰਫ ਇੰਨਾ ਲਾਲਚ ਹੈ ਕਿ ਰੱਬ ਦੀ ਰਜ਼ਾ ਵਾਸਤੇ ਅੱਲਾਹ ਤਾਲਾ ਤੁਹਾਨੂੰ ਤੇ ਤੁਹਾਡੀ ਫੈਮਿਲੀ ਨੂੰ, ਤੁਹਾਡੇ ਵੱਡਿਆਂ ਵਡੇਰਿਆਂ ਨੂੰ ਤੇ ਤੁਹਾਡੇ ਬੱਚਿਆਂ ਨੂੰ ਸਾਰਿਆਂ ਨੂੰ ਸਿਹਤ ਤੰਦਰੁਸਤੀ ਵਾਲੀ ਜ਼ਿੰਦਗੀ ਦੇ ਤਾਂ ਕਿ ਤੁਸੀਂ ਖੁਸ਼-ਬਾਸ਼ ਰਹੋ, ਦਵਾਈਆਂ ਤੋਂ ਬਚੋ ਤੇ ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਆ ਜੇ। ਬਹੁਤ ਸ਼ੁਕਰੀਆ, ਰੱਬ ਦੇ ਰਾਖੇ।